ਲੋਕ ਸਭਾ ਚੋਣ ਦਾ ਨਤੀਜਾ ਹੁਣ ਜਨਤਕ ਹੋ ਚੁੱਕਾ ਹੈ ਤੇ ਲੋਕਾਂ ਵੱਲੋਂ ਚੁਣੇ ਗਏ ਬਦਲਾਅ ਦੀ ਚਰਚਾ ਹਰ ਪਾਸੇ ਹੈ। ਜੇਕਰ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਕੁਝ ਸੀਟਾਂ ਦੇ ਵਿੱਚ ਕਈ ਬਦਲਾਅ ਸਾਹਮਣੇ ਆਏ ਨੇ। ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੀਆਂ ਕੁਝ ਅਹਿਮ ਸੀਟਾਂ ਦੀ ਗੱਲ ਕਰਾਂਗੇ ਜਿੱਥੇ ਜਨਮਤ ਦੇ ਬਦਲਾਅ ਦੀ ਘੋਖ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਮੰਨੀ ਜਾਂਦੀ ਬਠਿੰਡਾ ਸੀਟ ਦੀ, ਜੋ ਕਿ ਇੱਕ ਵਾਰ ਫਿਰ ਤੋਂ ਅਕਾਲੀ ਦਲ ਜਿੱਤਣ ਦੇ ਵਿੱਚ ਕਾਮਯਾਬ ਰਿਹਾ। ਬਾਦਲ ਵਰਸਸ ਬਾਦਲ ਦੀ ਇਸ ਲੜਾਈ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਆਪਣੇ ਹੀ ਦਿਓਰ ਮਨਪ੍ਰੀਤ ਬਾਦਲ ਸਨ, ਜਿਨ੍ਹਾਂ ਨੂੰ ਉਹਨਾਂ 5,14,727 ਵੋਟਾਂ ਹਾਸਲ ਕਰਕੇ ਸ਼ਿਕਸਤ ਦਿੱਤੀ। मई ਦੇ ਦਿਨ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਫਿਰ ਆਪਣੀ ਚੰਗੀ ਸੋਚ, ਮਿਹਨਤ ਤੇ ਲਗਨ ਦੇ ਚੱਲਦਿਆਂ ਦੂਜੀ ਵਾਰ ਸੰਸਦ ਬਣਨ ਦਾ ਮੁਕਾਮ ਹਾਸਲ ਕੀਤਾ। ਹਰਸਿਮਰਤ ਕੌਰ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਉਮੀਦਵਾਰ ਸਨ, ਇਸ ਵਾਰ ਫਿਰ ਤੋਂ 2014 ਦੀ ਲੋਕ ਸਭਾ ਚੋਣਾਂ ਵਿੱਚ ਦੂਜੀ ਵਾਰ ਲੋਕ ਸਭਾ ਬਠਿੰਡਾ ਸੀਟ ਨੂੰ ਆਪਣੇ ਹੱਕ ਦੇ ਵਿੱਚ ਕੀਤਾ। ਹਰਸਿਮਰਤ ਦਾ ਮੁਕਾਬਲਾ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਸੀ ਤੇ ਕਾਂਗਰਸ ਨਾਲ ਰਲ ਕੇ ਖੜੇ ਮਨਪ੍ਰੀਤ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ। ਸਾਲ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਰਣਿੰਦਰ ਸਿੰਘ ਨੂੰ ਹਰਾਇਆ ਸੀ ਤੇ ਪਹਿਲੀ ਵਾਰ ਸੰਸਦ ਬਣਨ ਦਾ ਮਾਣ ਹਾਸਲ ਕੀਤਾ। ਸੰਸਦ ਬਣਨ ਤੋਂ ਬਾਅਦ ਪੂਰੀ ਮਿਹਨਤ ਤੇ ਲਗਨ ਦੇ ਨਾਲ ਆਪਣੇ ਹਲਕੇ ਦਾ ਵਿਕਾਸ ਕਰਵਾਇਆ ਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਸੰਸਦ ਦੇ ਵਿੱਚ ਵੀ ਚੁੱਕਿਆ। ਉਮੀਦ ਦੇ ਮੁਤਾਬਿਕ ਹਰਸਿਮਰਤ ਕੌਰ ਨੇ ਇਸ ਵਾਰ ਚੋਣਾਂ ਦੇ ਵਿੱਚ ਸ਼ੁਰੂ ਤੋਂ ਹੀ ਆਪਣੀ ਵੜਤ ਬਣਾਈ ਰੱਖੀ ਸੀ। ਆਖਿਰਕਾਰ ਨਤੀਜਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਆਇਆ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਪਰਮਾਤਮਾ ਨੇ ਅਪਾਰ ਕਿਰਪਾ ਕਰਕੇ ਇਸ ਨਿਮਾਣੇ ਨੂੰ ਇੱਕ ਵਾਰ ਫਿਰ ਸੇਵਾ ਬਖਸ਼ੀ ਤੇ ਮੈਂ ਆ ਜ਼ਰੂਰ ਕਹਿ ਸਕਦੀ ਹਾਂ ਕਿ ਇਸ ਵੱਡੀ ਕਾਮਯਾਬੀ ਦਾ ਸਾਰਾ ਸਿਰਾ ਮੇਰੇ ਵਰਕਰਾਂ ਨੂੰ ਤੇ ਮੇਰੇ ਵੋਟਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਹੋ ਜਿਹਾ ਹਮਲਾ ਮਾਰਾ ਕਿ ਮੈਂ ਕਹਿ ਸਕਦੀ ਹਾਂ ਕਿ ਸ਼ਾਇਦ ਆ ਬਠਿੰਡੇ ਦੀ ਅੱਜ ਤੇ ਇੱਕ ਇਤਿਹਾਸਿਕ ਜਿੱਤ ਹੈਗੀ। ਕਿਉਂਕਿ ਜੇ ਦੇਖਿਆ ਜਾਏ ਕਿ ਕਿਹੋ ਜਿਹੀ ਲੜਾਈ ਸੀਗੀ, ਕਿਵੇਂ ਸਾਰੀ ਪਾਰਟੀਆਂ ਨੇ ਇਕੱਠੇ ਹੋ ਕੇ ਇਹ ਮੁਕਾਬਲਾ ਸਾਡੇ ਸਾਹਮਣੇ ਖੜਾ ਕੀਤਾ ਤੇ ਇਸ ਮੁਕਾਬਲੇ ਤੋਂ ਕਿਵੇਂ ਅਸੀਂ ਕਿੰਨੀ ਵੱਡੀ ਗਿਣਤੀ ਨਾਲ, ਇਹ ਨਹੀਂ ਕਿ ਲੀਡ ਕਿੰਨੀ ਆਈ ਹੈ ਲੇਕਿਨ ਵੋਟਾਂ ਕਿੰਨੀਆਂ ਪਈਆਂ ਨੇ, ਇਹ ਸਾਰੀ ਵੱਡੀ ਪਾਰਟੀਆਂ ਤੋਂ ਸਭ ਤੋਂ ਵੱਧ ਵੋਟਾਂ ਤੇ ਪੂਰੇ ਪੰਜਾਬ ਤੇ 2 ਨੰਬਰ ਦੀ ਵੋਟਾਂ ਪਈਆਂ ਨੇ ਜਿਹੜੇ ਅਕਾਲੀ ਦਲ ਭਾਜਪਾ ਦੇ ਬਠਿੰਡੇ ਕੈਂਡੀਡੇਟ ਨੂੰ ਮਿਲੇ ਨੇ। ਤੇ ਮੈਂ ਕਹਿੰਦੀ ਆ ਕਿ ਇਹਦਾ ਸਿਰਾ ਸਭ ਤੋਂ ਪਹਿਲੇ ਅਕਾਲੀ ਭਾਜਪਾ ਦੇ ਵਰਕਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਜੀ ਜਾਨ ਮਿਹਨਤ ਕਰਕੇ ਇਹ ਲੜਾਈ ਲੜੀ। ਉਹ ਵੋਟਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਮੇਰੇ 5 ਸਾਲ ਇਹੋ ਜਿਹਾ ਸਪੋਰਟ ਮੈਨੂੰ ਦਿੱਤਾ ਹੈ ਕਿ ਪਿਛਲੀ ਜਿੰਨੀ ਲੀਡ ਸੀ ਉਹਨੂੰ ਬਰਕਰਾਰ ਉਹਨਾਂ ਨੇ ਰੱਖੀ ਹੈ। ਤੇ ਜਿਹੜੇ ਇਹ ਸਿਆਸੀ ਦਲ ਬਦਲੂ ਨੇ, ਮੌਕਾ ਪ੍ਰਸਤ ਲੋਕਾਂ ਨੇ ਸਾਰੀ ਪਾਰਟੀਆਂ ਨੂੰ ਇਕੱਠੇ ਕਰਕੇ ਯੂਨਾਈਟ ਕਰਕੇ ਸਾਨੂੰ ਲੜਾਈ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਚੋਰ ਤੇ ਚੌਕੀਦਾਰ ਵਿੱਚ ਫਰਕ ਦੀ ਗੱਲ ਕਰਦੇ ਸੀ, ਮੂੰਹ ਤੋੜ ਜਵਾਬ ਜਨਤਾ ਨੇ ਦਿੱਤਾ ਕਿ ਉਹ ਕਿਹਨੂੰ ਚੋਰ ਸਮਝਦੇ ਨੇ। ਹਰਸਿਮਰਤ ਕੌਰ ਬਾਦਲ ਨੂੰ 5,14,727 ਵੋਟ ਮਿਲੇ, ਜਦਕਿ ਮਨਪ੍ਰੀਤ ਬਾਦਲ ਨੂੰ 4,95,332 ਵੋਟਾਂ ਹਾਸਲ ਹੋਈਆਂ। ਆਮ ਆਦਮੀ ਦੇ ਜਸਰਾਜ ਸਿੰਘ ਨੂੰ 87,901 ਵੋਟ ਮਿਲੇ, ਯਾਨੀ ਕਿ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਘੱਟ ਵੋਟ ਫੀਸਦ ਬਠਿੰਡਾ ਵਿੱਚ ਰਿਹਾ। ਇਸ ਦੇ ਲਈ ਹਰਸਿਮਰਤ ਕੌਰ ਦਾ ਮੰਨਣਾ ਹੈ ਕਿ ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਆਪ ਪਾਰਟੀ ਨੇ ਵੀ ਅੰਦਰ ਖਾਤੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਹੋਇਆ ਸੀ। ਤੁਸੀਂ ਕੀ ਸਮਝਦੇ ਹੋ? ਤੁਸੀਂ ਇਹ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ, ਲੌਂਗੋਵਾਲ, CPI, ਕਾਂਗਰਸ, PPP ਸਾਰੇ ਇਕੱਠੇ ਹੋ ਗਏ ਕੱਲ ਲੌਂਗੋਵਾਲ, ਹਾਂਜੀ, ਤੇ ਇਹ ਸਾਰੇ ਇਕੱਠੇ ਹੋ ਗਏ, ਮਗਰ ਇੱਕ ਟਾਰਗੇਟ ਇਹਨਾਂ ਦਾ ਬਠਿੰਡਾ ਸੀ ਤੇ ਬਾਕੀ ਪੰਜਾਬ ਦੇ ਵਿੱਚ ਹੋਰ ਥਾਵਾਂ ਕਿਉਂ ਨਹੀਂ ਸੀਗੀਆਂ ਇਹਨਾਂ ਦਾ ਟਾਰਗੇਟ? ਇਹ ਜਿਹੜੇ ਸਾਡੇ ਪਰਿਵਾਰਿਕ ਮੈਂਬਰ ਜਿਹੜੇ ਮੇਰੇ ਵਿਰੋਧ 'ਚ ਖੜੇ ਸੀ ਨਾ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈਗਾ ਕਿ ਜਿਵੇਂ ਕਿਵੇਂ ਆਪਣੀ ਜਿਹੜੀ ਇਹਨਾਂ ਦੀ ਈਰਖਾ ਹੈਗੀ ਉਹਨੂੰ ਉਹਦੇ ਨਾਲ ਉਹਨਾਂ ਦੀ ਅੱਖਾਂ ਇੰਨੀ ਟੱਕੀਆਂ ਹੋਈਆਂ ਨੇ ਕਿ ਲੋਕੀ ਇਹਨਾਂ ਦੇ ਵਾਸਤੇ ਸਿਰਫ ਆંકੜੇ ਨੇ। ਇਹਨਾਂ ਨੇ ਸਿਰਫ ਨੰਬਰ ਦੇਖੇ ਕਿ 2012 ਦੀ ਚੋਣ ਵਿੱਚ ਜਿਹੜੀ ਵੋਟ PP, ਕਾਂਗਰਸ, CPI ਨੂੰ ਮਿਲੀ ਇਹ 6,10,000 ਸੀਗੀ ਤੇ ਜਿਹੜੀ ਮੈਨੂੰ ਬਠਿੰਡਾ ਲੋਕ ਸਭਾ ਵਿੱਚ ਮਿਲੀ ਸੀਗੀ 2009 'ਚ ਉਹ 5,26,000 ਸੀਗੀ। ਤਾਂ ਇਹ ਮੇਰੇ ਤੋਂ ਪੂਰਾ 1,00,000 ਸਵਾ ਲੱਖ ਅੱਗੇ ਹੈਗੇ ਤੇ ਜੇ ਸਾਰੇ ਇਕੱਠੇ ਹੋ ਜਾਣ ਤੇ ਕਿਸੇ ਹਾਲਤ 'ਚ ਇਹ ਹਾਰ ਨਹੀਂ ਸਕਦੇ। ਇਹ ਲੋਕਾਂ ਨੂੰ ਇੱਕ ਆંકੜਾ ਸਮਝਦੇ ਨੇ, ਲੇਕਿਨ ਜਿਹੜੀ ਚੀਜ਼ ਇਹਨਾਂ ਨੇ ਨਹੀਂ ਸਮਝੀ ਸੀ ਕਿ ਲੋਕ ਉਹਨਾਂ ਦੇ ਵਾਸਤੇ ਆંકੜੇ ਹੋ ਸਕਦੇ ਨੇ, ਲੇਕਿਨ ਮੇਰੇ ਵਾਸਤੇ ਮੇਰਾ ਹਲਕਾ ਇੱਕ ਪਰਿਵਾਰ ਸੀਗਾ ਤੇ
ਖੂਨ ਪਸੀਨਾ ਮਿਹਨਤ ਦੇ ਨਾਲ ਮੈਂ ਇਸ ਪਰਿਵਾਰ ਦੀ 5 ਸਾਲ ਮੈਂ ਸੇਵਾ ਕੀਤੀ ਤੇ ਜਿਹਦਾ ਮੁੱਲ ਇਹਨਾਂ ਲੋਕਾਂ ਨੇ ਪਾਇਆ ਉਹ ਮੇਰੇ ਨਾਲ ਖੜੇ ਤੇ ਜਿਹੜੇ 6,10,000 ਦੀ ਲੀਡ ਸਰਦਾਰ ਮਨਪ੍ਰੀਤ ਸਿੰਘ ਦੀ ਸੀਗੀ ਉਹ ਕੱਲੇ 5 ਲੱਖ ਤੋਂ ਵੀ ਘੱਟ ਰਹਿ ਗਈ। ਇਹਨਾਂ ਦੇ ਦਲ ਬਦਲਣ ਦੇ ਕਾਰਨ ਮੌਕਾ ਪ੍ਰਸਤ ਸਿਆਸਤ ਨੂੰ ਦੇਖਦੇ ਹੋਏ ਪੀਪੀ ਦੇ ਲੋਕਾਂ ਨੇ ਛੱਡਿਆ। ਕਾਂਗਰਸ ਨੇ ਇਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ। ਤੁਸੀਂ ਦੇਖੋ ਕਾਂਗਰਸ ਦਾ ਸਿਟਿੰਗ ਐਮਐਲਏ ਤਲਵੰਡੀ ਸਾਬੋ ਤੇ ਇਹਨਾਂ ਦਾ ਨਾਂ ਸੁਣ ਕੇ ਉਹਨੇ ਪਾਰਟੀ 'ਚ ਆਪਣੀ ਐਮਐਲਏਸ਼ਿਪ ਛੱਡਤੀ ਤੇ ਦੂਜੇ ਦੋ ਜਿਹੜੇ ਕਾਂਗਰਸ ਦੇ ਐਮਐਲਏ ਸੀਗੇ, ਇੱਕ ਐਮਐਲਏ ਦੇ ਹਲਕੇ ਤੋਂ ਮੈਨੂੰ 20,000 ਦੀ ਲੀਡ ਮਿਲੀ, ਦੂਜੀ 5,000 ਕਿ ਕਾਂਗਰਸ ਵਰਕਰ ਇਹਨਾਂ ਦੇ ਨਾਲ ਨਹੀਂ ਤੁਰਿਆ। ਬਾਕੀ ਤਾਂ ਛੱਡੋ, ਕਾਂਗਰਸ ਨੇ ਰਿਜੈਕਟ ਕਰਤਾ, ਪੀਪੀ ਨੂੰ ਇਹਨਾਂ ਨੇ ਛੱਡਤਾ, ਉਹਨਾਂ ਨੇ ਇਹਨਾਂ ਨੂੰ ਛੱਡਤਾ ਤੇ ਅਕਾਲੀ ਦਲ ਤਾਂ ਇਹਨਾਂ ਨੂੰ ਪਹਿਲਾਂ ਹੀ ਕੱਢਿਆ ਹੋਇਆ ਸੀ। ਤੋ ਇਹ ਨਾ ਕਰਦੇ ਰਹੇ ਨਾ ਘਾਟਦੇ ਰਹੇ। 6,10,000 ਦੀ ਜਿਹੜੀ ਇਹਨਾਂ ਦੀ ਇਕੱਠੀ ਹੋ ਕੇ ਇਹਨਾਂ ਦੀ ਵੋਟ ਸੀ ਉਹ 5 ਲੱਖ ਤੋਂ ਵੀ ਘੱਟ ਰਹਿ ਗਈ ਤੇ ਅਕਾਲੀ ਦਲ ਨੇ ਜਿਹੜਾ ਅਸੀਂ 2012 'ਚ ਜਿਹੜੀ ਸਾਡੀ ਲੀਡ ਸੀਗੀ ਉਸ ਤੋਂ 1 ਲੱਖ ਕਵਰ ਕਰਕੇ ਅਸੀਂ ਇਸ ਵਾਰੀ 20,000 ਹੋਰ ਵੱਧ ਕੇ ਦਿਖਾਇਆ। ਸੋ ਲੋਕਾਂ ਨੇ ਮੇਰੀ ਲੀਡ ਵੀ ਬਰਕਰਾਰ ਰੱਖੀ ਜਿੰਨੀ ਮੇਰੀ ਵੋਟ ਸ਼ੇਅਰ ਪਹਿਲੇ ਸੀਗੀ ਤੇ ਜਿੱਤ ਵੀ ਦਿੱਤੀ। ਬਠਿੰਡਾ ਲੋਕ ਸਭਾ ਸੀਟ ਦੇ ਵਿੱਚ 9 ਵਿਧਾਨ ਸਭਾ ਹਲਕਾ ਪੈਂਦੇ ਨੇ, ਜਿਸ ਵਿੱਚ ਲੰਬੀ, ਪੂਚੋ ਮੰਡੀ, ਬਠਿੰਡਾ ਅਰਬਨ, ਬਠਿੰਡਾ ਰੂਰਲ, ਤਲਵੰਡੀ ਸਾਬੋ, ਮੋੜ ਮੰਡੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ ਸ਼ਾਮਿਲ ਨੇ। ਇਹਨਾਂ ਹਲਕਿਆਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਿੰਨੀ ਵੋਟਾਂ ਮਿਲੀਆਂ ਆਓ ਤੁਹਾਨੂੰ ਦੱਸਦੇ ਹਾਂ। ਲੰਬੀ ਵਿੱਚ 59,409, ਪੂਚੋ ਮੰਡੀ ਦੇ ਵਿੱਚ 61,983, ਬਠਿੰਡਾ ਅਰਬਨ ਦੇ ਵਿੱਚ 41,988, ਬਠਿੰਡਾ ਰੂਰਲ ਦੇ ਵਿੱਚ 45,811, ਤਲਵੰਡੀ ਸਾਬੋ ਦੇ ਵਿੱਚ 47,305, ਮੋੜ ਮੰਡੀ ਦੇ ਵਿੱਚ 54,705, ਮਾਨਸਾ ਦੇ ਵਿੱਚ 55,859, ਸਰਦੂਲਗੜ੍ਹ ਦੇ ਵਿੱਚ 70,766, ਬੁਢਲਾਡਾ ਦੇ ਵਿੱਚ 66,727 ਵੋਟਾਂ ਹਰਸਿਮਰਤ ਕੌਰ ਬਾਦਲ ਨੂੰ ਮਿਲੀਆਂ। ਇਸ ਤੋਂ ਇਲਾਵਾ ਪੋਸਟਲ ਬੈਲਟ ਤੋਂ ਵੀ 165 ਵੋਟਾਂ ਹਰਸਿਮਰਤ ਕੌਰ ਬਾਦਲ ਦੇ ਖਾਤੇ ਵਿੱਚ ਗਈਆਂ। ਹਰਸਿਮਰਤ ਕੌਰ ਆਪਣੀ ਦੂਜੀ ਜਿੱਤ ਨੂੰ ਜਨਤਾ ਦਾ ਮਾਣ ਕਰਾਰ ਦਿੰਦੇ ਨੇ। ਇੱਕ ਗੱਲ ਦੀ ਚਰਚਾ ਜੋ ਬਠਿੰਡਾ ਸੀਟ ਤੇ ਇਸ ਵਾਰ ਹੋ ਰਹੀ ਹੈ ਉਹ ਹੈ ਜਿੱਤ ਦਾ ਮਾਰਜਨ। ਹਰਸਿਮਰਤ ਕੌਰ ਬਾਦਲ ਨੇ ਇਸ ਵਾਰ ਤਕਰੀਬਨ 20,000 ਵੋਟਾਂ ਦੇ ਨਾਲ ਮਨਪ੍ਰੀਤ ਬਾਦਲ ਨੂੰ ਹਰਾਇਆ, ਪਰ ਹਰਸਿਮਰਤ ਬਾਦਲ ਦਾ ਇਹ ਮੰਨਣਾ ਹਰਗਿਜ਼ ਨਹੀਂ ਹੈ। ਹਰਸਿਮਰਤ ਦੇ ਮੁਤਾਬਕ ਜੇਕਰ ਅੰਕੜੇ ਦੀ ਘੋਖ ਕਰੀਏ ਤਾਂ ਉਹਨਾਂ ਦਾ ਵੋਟ ਫੀਸਦ ਵੀ ਵਧਿਆ ਤੇ ਜਿੱਤ ਦਾ ਮਾਰਜਨ ਵੀ ਵਧਿਆ। ਹਰਸਿਮਰਤ ਇੱਕ ਇਲਜ਼ਾਮ ਆਪਣੇ ਵਿਰੋਧੀਆਂ ਤੇ ਇੱਕ ਹੋਰ ਜ਼ਰੂਰ ਲਗਾਉਂਦੇ ਨੇ ਕਿ ਉਹਨਾਂ ਦੇ ਖਿਲਾਫ ਸਾਰੀਆਂ ਹੀ ਪਾਰਟੀਆਂ ਇਕਜੁੱਟ ਹੋ ਗਈਆਂ ਸਨ, ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਇਸ ਵਾਰ ਪੰਜਾਬ ਲਈ ਕਈ ਮਾਇਨਿਆਂ ਵਿੱਚ ਹੈਰਾਨ ਕਰ ਦੇਣ ਵਾਲੇ ਰਹੇ। ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਆਪ ਪਾਰਟੀ ਨੇ ਕਈ ਥਾਈਂ ਸਮੀਕਰਨ ਬਦਲੇ, ਪਰ ਜੇਕਰ ਕੱਲ ਬਠਿੰਡੇ ਦੀ ਕਰੀਏ ਤਾਂ ਇੱਥੇ ਆਪ ਦਾ ਜਾਦੂ ਬਿਲਕੁਲ ਨਹੀਂ ਚੱਲਿਆ ਤੇ ਜੋ ਫੀਸਦ ਆਪ ਨੂੰ ਪੂਰੇ ਪੰਜਾਬ ਵਿੱਚ ਹਾਸਿਲ ਹੋਇਆ ਉਹ ਬਠਿੰਡਾ ਵਿੱਚ ਨਹੀਂ ਮਿਲਿਆ। ਬਠਿੰਡਾ ਸ਼ੁਰੂ ਤੋਂ ਹੀ ਪੰਜਾਬ ਦੀ ਹੌਟ ਸੀਟ ਰਹੀ ਹੈ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੀ ਹਰਸਿਮਰਤ ਕੌਰ ਬਾਦਲ। ਤੇ ਉਹਨਾਂ ਦੇ ਖਿਲਾਫ ਸਾਰੇ ਵਿਰੋਧੀ ਪਾਰਟੀਆਂ ਨੇ ਲਾਮਬੰਦੀ ਕਰਕੇ ਕਾਂਗਰਸ ਨਾਲ ਗੱਠਜੋੜ ਕੀਤਾ। ਨਾਲ ਹੀ ਪੰਜਾਬ ਪੀਪਲਜ਼ ਪਾਰਟੀ ਨੇ ਆਪਣੀ ਪੂਰੀ ਪਾਰਟੀ ਹੀ ਬਿਨਾਂ ਪਾਰਟੀ ਨੁਮਾਇੰਦਿਆਂ ਦੀ ਸਲਾਹ ਤੋਂ ਕਾਂਗਰਸ ਦੇ ਨਾਲ ਰਲਾ ਦਿੱਤੀ। ਪੀਪੀਪੀ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਬਾਦਲ, ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ, ਫਿਰ ਖੁਦ ਦੀ ਪੀਪੀਪੀ ਬਣਾਈ, ਅਖੀਰ ਸਭ ਨੂੰ ਹੈਰਾਨ ਕਰਦਿਆਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਤੇ ਕਾਂਗਰਸ ਨੇ ਵੀ ਬਾਦਲ ਪਰਿਵਾਰ ਖਿਲਾਫ ਇਹ ਸੋਚ ਕੇ ਮਨਪ੍ਰੀਤ ਬਾਦਲ ਨੂੰ ਉਤਾਰ ਦਿੱਤਾ ਕਿ ਬਾਦਲ ਪਰਿਵਾਰ ਹਿਮਾਇਤੀਆਂ ਦੀ ਵੋਟਾਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਕਾਂਗਰਸ ਦੇ ਨਾਲ ਬਾਕੀ ਸਾਰੀ ਪਾਰਟੀਆਂ ਨੇ ਗੱਠਜੋੜ ਕੀਤਾ, ਜਿਸ ਵਿੱਚ ਸ਼ਾਮਿਲ ਸਨ ਸੀਪੀਆਈ, ਅਕਾਲੀ ਦਲ ਲੋਂਗੋਵਾਲ ਤੇ ਇਹਨਾਂ ਸਾਰੀ ਪਾਰਟੀਆਂ ਦਾ ਆਪਣਾ ਵੋਟ ਬੈਂਕ ਵੀ ਕਾਂਗਰਸ ਨੂੰ ਸ਼ਿਫਟ ਹੋ ਗਿਆ। ਹਾਲਾਂਕਿ ਆਪ ਵੱਲੋਂ ਜਸਪ੍ਰੀਤ ਜਸਰਾਜ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ, ਪਰ ਹਰਸਿਮਰਤ ਕੌਰ ਦਾ ਇਹ ਇਲਜ਼ਾਮ ਹੈ ਕਿ ਆਪ ਨੇ ਵੀ ਅੰਦਰ ਖਾਤੇ ਕਾਂਗਰਸ ਨਾਲ ਸਮਝੌਤਾ ਕਰਕੇ ਇਸ ਪੂਰੇ ਮੁਕਾਬਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਰਸਸ ਆਲ ਓਪੋਜੀਸ਼ਨ ਪਾਰਟੀ ਬਣਾ ਦਿੱਤਾ। ਕੁੱਲ ਮਿਲਾ ਕੇ ਬਠਿੰਡਾ ਦੇ ਵਿੱਚ ਆਲ ਓਪੋਜੀਸ਼ਨ ਪਾਰਟੀ ਵਰਸਸ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਹੋਇਆ, ਪਰ ਬਾਵਜੂਦ ਇਸ ਦੇ ਹਰਸਿਮਰਤ ਕੌਰ ਬਾਦਲ ਦਾ ਵੋਟ ਫੀਸਦ ਵੱਧ ਗਿਆ। ਸੰਗਰੂਰ ਦੇ ਵਿੱਚ ਅਸੀਂ ਦੇਖਿਆ ਕਿ ਵੋਟਸ ਪੋਲ ਹੋਈਆਂ ਤੇ ਉਸ ਦੇ ਕੰਪੈਰੀਜ਼ਨ ਦੇ ਵਿੱਚ ਜੇ ਅਸੀਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਜਿਹੜੀ ਵੋਟਸ ਪੋਲ ਹੋਈਆਂ ਹਾਲਾਂਕਿ ਥੋੜੀ ਜਿਹੀ ਘੱਟ ਸੀਗੀਆਂ, ਮਗਰ ਜਿਹੜਾ ਕੰਟੈਸਟ ਹੈ ਪੋਲੀਟੀਕਲ ਪੰਡਿਤਸ ਇਹ ਕਹਿੰਦੇ ਨੇ ਕਿ ਸੰਗਰੂਰ ਦੇ ਵਿੱਚ 4 ਕਾਰਨਰਡ ਕੰਟੈਸਟ ਸੀਗਾ।
ਬਠਿੰਡਾ ਦੇ ਵਿੱਚ ਇਟ ਵਾਸ ਯੂ ਤੇ ਉਸ ਤੋਂ ਬਾਅਦ ਅਪੋਜੀਸ਼ਨ ਸੀਗੀ, ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਗੱਲ ਹੈ ਜੀ। ਬਠਿੰਡਾ ਸੰਗਰੂਰ ਦੀ ਬੜੀ ਚਰਚਾ ਹੋ ਰਹੀ ਹੈ ਕਿ ਬੜੀ ਜ਼ਬਰਦਸਤ ਲੀਡ ਉੱਥੇ ਆਈ ਹੈ, ਤੇ ਉੱਥੇ ਦੇਖਿਆ ਜਾਏ ਤੇ ਅਕਾਲੀ ਦਲ ਵੀ ਸੀਗਾ, ਕਾਂਗਰਸ ਵੀ ਸੀਗੀ, BSP ਸੀਗੀ, ਕਮਿਊਨਿਸਟ ਸੀਗੀ, ਆਮ ਆਦਮੀ ਸੀਗੀ, ਬਹੁਤ ਸਾਰੀ ਪਾਰਟੀਆਂ ਦੀ ਲੜਾਈ ਹੋਈ, ਸਾਰਿਆਂ ਨੇ ਆਪਣੀ ਵੋਟਾਂ ਖਿੱਚੀਆਂ। ਲੇਕਿਨ ਬਠਿੰਡਾ ਵਿੱਚ ਡਾਇਰੈਕਟ 2 ਬੰਦਿਆਂ ਦੇ ਵਿੱਚ ਫਾਈਟ ਸੀਗੀ। ਸਾਡੇ ਵਿਰੋਧੀ ਜਿਹੜੇ ਲੋਕਾਂ ਨੂੰ ਇੱਕ ਆંકੜਾ ਸਮਝਦੇ ਨੇ, ਉਹਨਾਂ ਨੇ ਆਪਣੇ ਆંકੜਿਆਂ ਦੇ ਨਾਲ ਮੌਕਾ ਪ੍ਰਸਤ ਆਪਣੀ ਸਿਆਸਤ ਦਾ ਦਿਖਾਵਾ ਕੀਤਾ, ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਪਹਿਲੇ PP ਦੀ ਪਾਰਟੀ ਚਲਾਈ, ਸ਼ਹੀਦਾਂ ਦੀ ਕੁਰਬਾਨੀਆਂ ਦਾ ਸਿਹਰਾ ਆਪਣੇ ਗਲ 'ਚ ਲਾ ਕੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਪਹਿਲੇ ਤਾਂ ਇੱਕ ਪਾਰਟੀ ਖੜੀ ਕੀਤੀ। ਜਦ ਇਹਨਾਂ 2014 'ਚ ਉਸ ਪਾਰਟੀ ਵਿੱਚ ਉਹਨਾਂ ਨੂੰ ਆਪਣੀ ਜ਼ਮਾਨਤ ਜ਼ਬਤ ਹੁੰਦੀ ਹੋਈ ਨਜ਼ਰ ਆਏ, ਤੇ ਵੋਟਾਂ ਤੋਂ ਮਸਾਂ 10-15 ਦਿਨ ਪਹਿਲਾਂ ਉਹਨਾਂ ਨੇ ਆਪਣਾ ਸਿੰਬਲ ਬਦਲ ਕੇ ਪੰਜੇ ਦਾ ਫਾਇਦਾ ਲੈਣ ਦਾ ਫੈਸਲਾ ਕਰ ਲਿਆ। ਤੇ PP CPI ਜਿਹੜੀ ਇੱਕ ਪਾਰਟੀ ਜਿਹਦਾ ਪੂਰੇ ਹਿੰਦੁਸਤਾਨ 'ਚ ਕਿੱਥੇ ਕਾਂਗਰਸ ਨਾਲ ਗੱਠਜੋੜ ਨਹੀਂ, ਇਕੱਲੇ ਇੱਕ ਬਠਿੰਡਾ ਹਲਕੇ ਵਿੱਚ ਸਾਰੇ ਹਿੰਦੁਸਤਾਨ ਵਿੱਚ ਗੱਠਜੋੜ ਕੀਤਾ। ਕੀ ਲੈਣ ਦੇਣ ਕੀਤਾ ਸਾਡੇ ਮਨਪ੍ਰੀਤ ਬਾਦਲ ਨੇ ਉਹਨਾਂ ਦੇ ਨਾਲ, ਇਹ ਜ਼ਰੂਰ ਲੋਕਾਂ ਦੇ ਸਾਹਮਣੇ ਗੱਲ ਆਊਗੀ। CPI, ਕਾਂਗਰਸ, PP, ਅਕਾਲੀ ਦਲ, ਲੌਂਗੋਵਾਲ, ਉਹਨਾਂ ਜਿੰਨੇ ਸਹਿਯੋਗੀ ਦਲ ਸੀ, ਇਹਨਾਂ ਨੂੰ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਅਖੀਰ ਤਾਈਂ ਬਠਿੰਡੇ 'ਚ ਕੋਈ ਕੈਂਡੀਡੇਟ ਐਲਾਨ ਨਹੀਂ ਕੀਤਾ, ਜਦ ਕੇਜਰੀਵਾਲ ਦੇ ਪੁਤਲੇ ਉਹਨਾਂ ਦੇ ਵਰਕਰ ਸਾੜਨ ਲੱਗ ਗਏ, ਤੇ 1 ਹਫ਼ਤਾ ਪਹਿਲਾਂ ਇੱਕ ਕੈਂਡੀਡੇਟ ਭੇਜਿਆ ਜਿਨ੍ਹਾਂ ਨੇ ਅਖੀਰਲੇ ਦਿਨ ਆਪਣੇ ਪੇਪਰ, ਆਪਣੇ ਨੋਮੀਨੇਸ਼ਨ ਪੇਪਰ ਮੈਨੂੰ ਲੱਗਦਾ ਮਜਬੂਰ ਹੋ ਕੇ ਫਾਈਲ ਕੀਤੇ। ਕੋਈ ਕਵਰਿੰਗ ਕੈਂਡੀਡੇਟ ਵੀ ਨਹੀਂ, ਤੇ ਨਾ ਹੀ ਉਹਨਾਂ ਨੇ ਕੋਈ ਕੈਂਪੇਨ ਚਲਾਈ, ਕਿਉਂਕਿ ਜਿਹੜੇ ਭਗਵੰਤ ਮਾਨ ਜੀ PP ਤੋਂ ਆਮ ਆਦਮੀ 'ਚ ਗਏ ਸੀ, ਉਹਨਾਂ ਨੇ ਮਨਪ੍ਰੀਤ ਜੀ ਦਾ ਉੱਥੇ ਵੀ ਸਮਝੌਤਾ ਕਰਾਤਾ ਸੀ ਕਿ ਇੱਥੇ ਬਠਿੰਡੇ 'ਚ ਆਮ ਆਦਮੀ ਵੀ ਕੈਂਡੀਡੇਟ ਨਹੀਂ ਖੜਾ ਕਰੂਗਾ। ਤੇ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਦੇ ਨਾਲ, CPI ਦੇ ਨਾਲ, PP ਦੇ ਨਾਲ, ਅਕਾਲੀ ਦਲ ਲੌਂਗੋਵਾਲ ਦੇ ਨਾਲ ਤੇ ਆਮ ਆਦਮੀ ਦੇ ਨਾਲ, ਸਾਰੀ ਪਾਰਟੀਆਂ ਨੇ ਇਕੱਠੇ ਹੋ ਕੇ ਅਕਾਲੀ ਦਲ ਭਾਜਪਾ ਦੇ ਮੁਕਾਬਲਾ ਕੀਤਾ। ਤੇ ਹੈਰਾਨੀ ਦੀ ਗੱਲ ਕਿ ਜਿਹੜੀ ਸਭ ਤੋਂ ਵੱਧ ਲੀਡ ਆਈ ਹੈ ਪੰਜਾਬ 'ਚ, ਸਾਡੀ ਲੀਡ ਉਸ ਤੋਂ ਸਿਰਫ 18,000 ਘੱਟ ਹੈ। 2 ਨੰਬਰ ਦੀ ਲੀਡ ਆਈ ਹੈ, ਤੇ ਕਾਂਗਰਸ, BJP, ਅਕਾਲੀ ਦਲ ਦੇ ਵਿੱਚੋਂ ਸਭ ਤੋਂ ਮੈਕਸਿਮਮ ਵੋਟ ਪੋਲ ਜਿਹੜੀ ਹੋਈ ਨੇ ਉਹ ਬਠਿੰਡੇ ਵਿੱਚ ਹੋਈ ਹੈ। ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਸਭ ਤੋਂ ਵੱਡੀ ਗੱਲ ਇਹ ਵੀ ਰਹੀ ਕਿ ਹਰਸਿਮਰਤ ਕੌਰ ਬਾਦਲ ਨੇ ਪੂਰੇ ਪੰਜਾਬ ਦੀ ਸੀਟਾਂ ਤੇ ਜਿੱਤੇ ਉਮੀਦਵਾਰਾਂ ਨੂੰ ਪਏ ਵੋਟਾਂ ਵਿੱਚ ਦੂਜੇ ਨੰਬਰ ਤੋਂ ਵਧੇਰੇ ਵੋਟ ਹਾਸਿਲ ਕੀਤੇ ਨੇ। ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ 5,14,727 ਵੋਟ ਮਿਲੇ, ਤੇ ਹਰਸਿਮਰਤ ਤੋਂ ਵਧੇਰੇ ਪੂਰੇ ਪੰਜਾਬ ਵਿੱਚ ਇੱਕ ਹੀ ਉਮੀਦਵਾਰ ਵਧੇਰੇ ਵੋਟ ਲੈ ਕੇ ਗਿਆ, ਉਹਨੇ ਭਗਵੰਤ ਮਾਨ ਜੋ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ, ਤੇ ਉਹ 5,33,237 ਵੋਟ ਹਾਸਿਲ ਕੀਤੇ। ਤੋਂ ਬਾਅਦ ਨੰਬਰ ਆਉਂਦਾ ਹੈ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦਾ, ਜਿਨ੍ਹਾਂ ਨੂੰ 4,82,876 ਵੋਟ ਹਾਸਿਲ ਹੋਏ। ਫਿਰ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੂੰ 3,47,394 ਵੋਟਾਂ ਪਈਆਂ। ਫਰੀਦਕੋਟ ਤੋਂ ਸਾਧੂ ਸਿੰਘ ਧਰਮਸੋਤ ਆਉਂਦੇ ਨੇ, ਜਿਨ੍ਹਾਂ ਨੂੰ 4,50,751 ਵੋਟਾਂ ਪਈਆਂ। ਤੋਂ ਬਾਅਦ ਨੰਬਰ ਆਉਂਦਾ ਹੈ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਜੋ ਕਿ ਆਪ ਉਮੀਦਵਾਰ ਨੇ, ਉਹਨਾਂ ਨੂੰ 3,67,293 ਵੋਟਾਂ ਹਾਸਿਲ ਹੋਈਆਂ। ਅਕਾਲੀ ਦਲ ਦੇ ਉਮੀਦਵਾਰ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ 4,87,932 ਵੋਟਾਂ ਹਾਸਿਲ ਹੋਈਆਂ, ਜਦਕਿ ਵਿਨੋਦ ਖੰਨਾ ਨੂੰ ਗੁਰਦਾਸਪੁਰ ਤੋਂ 4,82,255 ਵੋਟਾਂ ਹਾਸਿਲ ਹੋਈਆਂ। ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ 3,46,643 ਵੋਟਾਂ ਹਾਸਿਲ ਹੋਈਆਂ। ਜਲੰਧਰ ਤੋਂ ਕਾਂਗਰਸ ਦੇ ਸੰਤੋਖ ਸਿੰਘ ਨੂੰ 3,80,469 ਵੋਟਾਂ ਹਾਸਿਲ ਹੋਈਆਂ। ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ 4,67,332 ਵੋਟਾਂ ਪਈਆਂ। ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ 3,04,49 ਵੋਟਾਂ ਪਈਆਂ। ਪਟਿਆਲਾ ਤੋਂ ਆਪ ਉਮੀਦਵਾਰ ਧਰਮਵੀਰ ਗਾਂਧੀ ਨੂੰ 3,65,671 ਵੋਟਾਂ ਪਈਆਂ। ਕੁੱਲ ਮਿਲਾ ਕੇ ਇਸ ਵਾਰ ਦੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਸਿਮਰਤ ਕੌਰ ਬਾਦਲ ਭਗਵੰਤ ਮਾਨ ਤੋਂ ਦੂਜੇ ਨੰਬਰ ਤੇ ਅਜਿਹੀ ਉਮੀਦਵਾਰ ਰਹੀ ਜਿਨ੍ਹਾਂ ਨੂੰ ਸਭ ਤੋਂ ਵੱਧ ਵੋਟ ਹਾਸਿਲ ਹੋਏ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਵਕਤ ਹੈ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਹੁਣ ਗੱਲ ਕਰਦੇ ਹਾਂ ਪੰਜਾਬ ਦੀ ਦੂਜੀ ਅਹਿਮ ਸੀਟ ਦੀ, ਜਿਹਦਾ ਨਾਂ ਹੈ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਹਾਰ ਨੇ ਪੰਜਾਬ ਦੇ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਦੀ ਹਾਰ ਪਿੱਛੇ
ਕਾਰਨ ਕੀ ਰਹੇ ਨੇ, ਨਜ਼ਰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਖਾਸ ਰਿਪੋਰਟ ਦੇ ਰਾਹੀਂ। ਅੰਮ੍ਰਿਤਸਰ ਸੰਸਦੀ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਟਲੀ ਦੀ ਹਾਰ ਦੇ ਕਾਰਨਾਂ ਨੂੰ ਕੋਖਣ ਲਈ ਸੂਬਾ ਸਰਕਾਰ ਦੀਆਂ ਲਾਚਾਰੀਆਂ, ਜਿਹੜੀਆਂ ਕਿ ਪ੍ਰਾਪਰਟੀ ਟੈਕਸ, ਰੇਤ ਦੀਆਂ ਵਧੀਆਂ ਕੀਮਤਾਂ, ਸੂਬੇ ਵਿੱਚ ਨਸ਼ਿਆਂ ਦੀ ਬਹੁਤਾਤ ਅਤੇ ਕਈ ਹੋਰ ਟੈਕਸਾਂ ਦੇ ਰੂਪ ਵਿੱਚ ਸਾਹਮਣੇ ਆਈ। ਇਹਨਾਂ ਤੇ ਵਿਚਾਰ ਕਰਨਾ ਹੁਣ ਬਣਦਾ ਹੈ। ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਗੱਜ-ਵੱਜ ਕੇ ਪ੍ਰਚਾਰਿਆ ਗਿਆ ਤੇ ਨਤੀਜਨ ਭਾਜਪਾ ਨੇ ਮੋਦੀ ਦੀ ਹੋਮ ਸਟੇਟ ਹੀ ਨਹੀਂ ਬਲਕਿ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਇਤਿਹਾਸਿਕ ਜਿੱਤ ਦਰਜ ਕਰਵਾ ਦਿੱਤੀ। ਤੇ ਮਕਸਦ ਇੱਕ ਵਾਰ ਫਿਰ ਨਮੋ ਦਾ ਵਖਾਨ ਕਰਨਾ ਨਹੀਂ ਬਲਕਿ ਇਹ ਦੱਸਣਾ ਹੈ ਕਿ ਭਾਜਪਾ ਦੀ ਪਹਿਲੀ ਕਤਾਰ ਦੇ ਆਗੂ ਅਰੁਣ ਜੇਟਲੀ ਨੂੰ ਵੀ ਅੰਮ੍ਰਿਤਸਰ ਸੰਸਦੀ ਚ ਕਦੇ ਡਿਪਟੀ ਪੀਐਮ ਤੇ ਬੜੇ ਹੀ ਵਿਸ਼ਵਾਸ ਨਾਲ ਭਾਰਤ ਦੇ ਵਿੱਤ ਮੰਤਰੀ ਦੇ ਤੌਰ ਤੇ ਪ੍ਰਚਾਰਿਆ ਗਿਆ, ਪਰ ਨਤੀਜਾ ਬੇਹੱਦ ਹੈਰਾਨ ਕਰ ਦੇਣ ਵਾਲਾ ਰਿਹਾ। 1 ਲੱਖ ਤੋਂ ਵੀ ਵੱਧ ਵੋਟਾਂ ਨਾਲ ਅਰੁਣ ਜੇਟਲੀ ਦੀ ਹਾਰ ਹੋਈ। ਇੱਥੇ ਇਹ ਵੀ ਵਰਣਨਯੋਗ ਬਣਦਾ ਹੈ ਕਿ ਜਿੱਥੇ ਮਾਝੇ ਵਿੱਚ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਗੁਰਦਾਸਪੁਰ ਸੰਸਦੀ ਹਲਕੇ ਤੋਂ ਵਿਨੋਦ ਖੰਨਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਿਵਾਉਣ ਵਿੱਚ ਮਦਦ ਕੀਤੀ, ਉਹ ਸਭ ਕੁਝ ਅੰਮ੍ਰਿਤਸਰ ਵਿੱਚ ਨਜ਼ਰ ਨਹੀਂ ਆਇਆ। ਇੱਥੇ ਆਪ ਉਮੀਦਵਾਰ ਬਹੁਤ ਘੱਟ ਵੋਟਾਂ ਹਾਸਲ ਕਰ ਸਕੇ। ਹੁਣ ਇੱਕ ਵਾਰ ਫਿਰ ਗੱਲ ਕਰਾਂਗੇ ਕਿ ਕੀ ਕਾਰਨ ਰਹੇ ਅੰਮ੍ਰਿਤਸਰ ਸੰਸਦੀ ਹਲਕੇ ਦੇ ਲੋਕਾਂ ਨੂੰ ਉਸ ਆਗੂ ਨੂੰ ਜਿੱਤ ਨਹੀਂ ਦਿਵਾਈ ਜਿਸ ਨੂੰ ਕਿ ਦੇਸ਼ ਦੇ ਵਿੱਤ ਮੰਤਰੀ ਦੇ ਤੌਰ ਤੇ ਪ੍ਰਚਾਰਿਆ ਗਿਆ ਤੇ ਜਿਸ ਦੇ ਇੱਕ ਦਸਤਖਤ ਦੇ ਨਾਲ ਅੰਮ੍ਰਿਤਸਰ ਦੀ ਨੁਹਾਰ ਬਦਲ ਸਕਦੀ ਸੀ ਤੇ ਜਿਸ ਦੇ ਕਈ ਪ੍ਰੋਜੈਕਟ ਲਿਆਉਣ ਦੀ ਗੱਲ ਵੀ ਕਹੀ ਜਾ ਰਹੀ ਸੀ। ਇਸ ਦੇ ਨਾਲ ਕੇਂਦਰ ਦੀ 10 ਸਾਲ ਦੀ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਵਾਲੀ ਅਤੇ ਲੱਖ ਤੋੜਵੀਂ ਮਹਿੰਗਾਈ ਦੀ ਵਿਰੋਧੀ ਲਹਿਰ ਹੋਣ ਦੇ ਬਾਵਜੂਦ ਵੀ ਭਾਜਪਾ ਆਪਣਾ ਪਰਚਮ ਲਹਿਰਾ ਨਹੀਂ ਸਕੀ। ਤੈਅ ਰਣਨੀਤੀ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਧਿਆਨ ਖਿੱਚਿਆ। ਸਥਾਨਕ ਮੁੱਦੇ ਜਿਹੜੇ ਕਿ ਕੇਂਦਰ ਦੇ ਦੋਮਾਹਾ ਘੁਟਾਲਿਆਂ ਦੇ ਸਾਹਮਣੇ ਕੁਝ ਵੀ ਨਹੀਂ ਸਨ, ਉਹ ਪ੍ਰਭਾਵੀ ਰਹੇ। ਅਰੁਣ ਜੇਟਲੀ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸਨ ਤੇ ਕੌਮੀ ਮੁੱਦਿਆਂ ਤੇ ਲੋਕਾਂ ਦਾ ਧਿਆਨ ਉਸ ਵੱਲ ਖਿੱਚਣ ਦਾ ਯਤਨ ਕਰਦੇ ਰਹੇ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਸੂਬਾ ਸਰਕਾਰ ਤੇ ਕੇਂਦਰਿਤ ਰਹੀ। ਉਹਨਾਂ ਨਾ ਸਿਰਫ 2 ਦਿੱਗਜ ਆਗੂਆਂ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਨਿਸ਼ਾਨਾ ਕੀਤਾ ਬਲਕਿ ਪ੍ਰਾਪਰਟੀ ਟੈਕਸ, ਰੇਤ ਦੀਆਂ ਕੀਮਤਾਂ ਤੇ ਨਸ਼ਿਆਂ ਦੇ ਮੁੱਦਿਆਂ ਤੇ ਵੀ ਆਪਣਾ ਨਿਸ਼ਾਨਾ ਸਥਾਨਕ ਸਰਕਾਰ ਤੇ ਰੱਖਿਆ। ਭਾਜਪਾ ਤੇ ਅਕਾਲੀ ਆਗੂਆਂ ਨੇ ਲੋਕਾਂ ਨੂੰ ਲੱਖ ਸਮਝਾਉਣ ਦਾ ਯਤਨ ਕੀਤਾ ਕਿ ਪ੍ਰਾਪਰਟੀ ਟੈਕਸ ਕੇਂਦਰ ਨੇ ਸੂਬੇ ਦੇ ਗਲੇ ਵਿੱਚ ਗੁੱਠ ਕੇ ਲਗਾਇਆ ਹੈ, ਪਰ ਲੋਕ ਇਹ ਸਮਝਣ ਨੂੰ ਤਿਆਰ ਨਹੀਂ ਹੋਏ। ਇਸੇ ਤਰ੍ਹਾਂ ਰੇਤ ਕਿਉਂ ਮਹਿੰਗੀ ਹੋਈ? ਕਿਉਂਕਿ ਕੇਂਦਰ ਸਰਕਾਰ ਨੇ ਰੇਤ ਦੀਆਂ ਖਾਨਾਂ ਤੇ ਖੁਦਾਈ ਦੀ ਕਲੀਅਰੈਂਸ ਨਹੀਂ ਦਿੱਤੀ, ਪਰ ਇਹ ਗੱਲ ਵੀ ਲੋਕਾਂ ਨੂੰ ਸਮਝਾਉਣ ਵਿੱਚ ਅਕਾਲੀ ਭਾਜਪਾ ਆਗੂ ਸਫਲ ਨਹੀਂ ਹੋਏ। ਨਸ਼ੇ ਨੂੰ ਸੂਬੇ ਵਿੱਚ ਫੈਲਾਉਣ 'ਚ ਸਰਹੱਦਾਂ ਦੀ ਕਮਜ਼ੋਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਵਾਰ ਉਜਾਗਰ ਕੀਤਾ, ਪਰ ਨਸ਼ਿਆਂ ਬਾਰੇ ਕੀਤੀ ਗਈ ਦੂਸ਼ਣਬਾਜ਼ੀ ਤੇ ਲੋਕਾਂ ਨੇ ਵੱਧ ਵਿਸ਼ਵਾਸ ਜਤਾਇਆ। ਭਾਜਪਾ ਦੀ ਜੋ ਰਵਾਇਤ ਕਾਰਜ ਪ੍ਰਣਾਲੀ ਹੈ ਜਿਸ ਵਿੱਚ ਅਨੁਸ਼ਾਸਨ ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾਂਦਾ ਸੀ, ਉਹ ਵੀ ਅੰਮ੍ਰਿਤਸਰ ਭਾਜਪਾ ਵਿੱਚ ਘੱਟ ਨਜ਼ਰ ਆਈ। ਇਸੇ ਲਈ ਅਰੁਣ ਜੇਟਲੀ ਨੂੰ ਦਿੱਲੀ ਤੋਂ ਆਪਣੇ ਵਰਕਰ ਬੁਲਾਣੇ ਪਏ। ਅਰੁਣ ਜੇਟਲੀ ਦੀ ਹਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਫੈਕਟਰ ਦਾ ਵੀ ਖਾਸਾ ਯੋਗਦਾਨ ਰਿਹਾ। ਭਾਵੇਂ ਕਾਂਗਰਸ ਦੀ ਹੀ ਨੀਤੀ ਹੋਵੇ, ਪਰ ਸੋਸ਼ਲ ਮੀਡੀਆ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਣਦੇਖੀ ਨੂੰ ਖਾਸਾ ਉਭਾਰਿਆ ਗਿਆ। ਤੇ ਜਦੋਂ ਅਰੁਣ ਜੇਟਲੀ ਦੀ ਹਾਰ ਹੋਈ ਤਾਂ ਫੇਸਬੁੱਕ ਤੇ WhatsApp ਤੇ ਐਸਐਮਐਸ ਵੀ ਆਏ ਕਿ ਉਹਨਾਂ ਲਈ ਤਾਂ ਐਸ ਸਿੱਧੂ ਦੀ ਜਿੱਤ ਹੈ। ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਜਿੱਥੋਂ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਵਿਧਾਇਕ ਨੇ, ਉਥੋਂ 33,000 ਵੋਟਾਂ ਨਾਲ ਅਰੁਣ ਜੇਟਲੀ ਦੀ ਹਾਰ ਇਸ ਗੱਲ ਦਾ ਸਬੂਤ ਹੈ ਕਿ ਸਿੱਧੂ ਫੈਕਟਰ ਵੀ ਇੱਕ ਕਾਰਨ ਰਿਹਾ ਅਰੁਣ ਜੇਟਲੀ ਦੀ ਹਾਰ ਦੇ ਪਿੱਛੇ। ਕੁੱਲ ਮਿਲਾ ਕੇ ਅੰਮ੍ਰਿਤਸਰ ਦੇ ਵਿੱਚ ਕੇਂਦਰੀ ਰਾਜਨੀਤੀ ਨਹੀਂ, ਸੂਬਾਈ ਰਾਜਨੀਤੀ ਹਾਵੀ ਰਹੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਰਜਨ ਦੇ ਨਾਲ ਜਿੱਤਣ ਵਾਲਿਆਂ ਦੇ ਵਿੱਚ 2 ਉਮੀਦਵਾਰ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ, ਜੋ ਕਿ ਲਗਭਗ 2 ਲੱਖ ਤੋਂ ਵੀ ਵਧੇਰੇ ਵੋਟਾਂ ਦੇ ਨਾਲ ਆਪਣੇ ਵਿਰੋਧੀਆਂ ਨੂੰ ਸ਼ਿਕਸਤ ਦੇਣ ਦੇ ਵਿੱਚ ਕਾਮਯਾਬ ਰਹੇ ਨੇ। ਲੋਕ ਸਭਾ ਹਲਕਾ ਸੰਗਰੂਰ ਵਿੱਚ ਆਪ ਦੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਮੌਜੂਦਾ 2 ਸਾਂਸਦਾਂ ਨੂੰ ਰਿਕਾਰਡ ਵੋਟਾਂ ਨਾਲ ਹਰਾ ਕੇ ਦੋਹਾਂ ਪਾਰਟੀਆਂ ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਹੈ। सांसद सुखदेव सिंह ढींडसा ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ ਰਾਹੁਲ ਗਾਂਧੀ ਦਾ ਨਜ਼ਦੀਕੀ ਹੋਣਾ ਵੀ ਇਸ ਹਾਰ ਤੋਂ ਬਚਾ ਨਹੀਂ ਪਾਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਲੋਕ ਸਭਾ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਸੰਗਰੂਰ ਲੋਕ ਸਭਾ ਸੀਟ ਤੋਂ ਹਾਰਨਾ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹੈ। ਬੇਸ਼ੱਕ ਕਿਸੇ ਸਮੇਂ ਸੰਗਰੂਰ ਲੋਕ ਸਭਾ ਹਲਕਾ ਅਕਾਲੀ ਦਲ ਦਾ ਮਜ਼ਬੂਤ ਹਲਕਾ ਮੰਨਿਆ ਜਾਂਦਾ ਸੀ, ਪਰ ਹੁਣ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ। 2004 ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਅਕਾਲੀ ਦਲ ਬਾਦਲ ਦੀ ਟਿਕਟ ਤੇ ਜਿੱਤ ਹਾਸਲ ਕੀਤੀ ਸੀ, ਪਰ 2009 ਵਿੱਚ ਢੀਂਡਸਾ ਨੂੰ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਵਿਜੇ ਇੰਦਰ ਸਿੰਗਲਾ ਪਾਸੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਮੌਕੇ ਢੀਂਡਸਾ ਨੂੰ ਸਿਰਫ 3 ਵਿਧਾਨ ਸਭਾ ਹਲਕੇ ਦਿੜਬਾ, ਲਹਿਰਾ ਕਾਕਾ ਤੇ ਮਹਿਲ ਕਲਾਂ ਤੋਂ ਲੀਡ ਮਿਲੀ ਸੀ, ਪਰ ਸੰਗਰੂਰ,
ਭਦੌੜ, ਧੂਰੀ, ਸੁਨਾਮ, ਮਲੇਰਕੋਟਲਾ, ਬਰਨਾਲਾ ਵਿਧਾਨ ਸਭਾ ਹਲਕੇ ਤੋਂ ਪਿਛੜਨ ਕਾਰਨ ਢੀਂਡਸਾ ਸਾਹਿਬ ਚੋਣ ਹਾਰ ਗਏ। ਪਰ ਮੌਜੂਦਾ 2014 ਦੀ ਲੋਕ ਸਭਾ ਚੋਣ ਵਿੱਚ ਅਕਾਲੀ ਦਲ ਨੇ ਫਿਰ ਤੋਂ ਢੀਂਡਸਾ ਨੂੰ ਟਿਕਟ ਦਿੱਤੀ। ਇਸ ਵਾਰ ਢੀਂਡਸਾ ਨੇ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਵੀ ਲਗਾਈ, ਪਰ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਲਹਿਰਾ ਗਾਗਾ ਨੂੰ ਛੱਡ ਕੇ ਬਾਕੀ 8 ਹਲਕਿਆਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਕਾਬਿਲੇ ਗੌਰ ਹੈ ਕਿ ਢੀਂਡਸਾ ਨੂੰ ਆਪਣੇ ਪੁੱਤਰ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਸੁਨਾਮ, ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ ਦੇ ਹਲਕੇ ਸੰਗਰੂਰ, ਸੀਪੀਐਸ ਸੰਤ ਬਲਵੀਰ ਸਿੰਘ ਕੋਨਰ ਦੇ ਹਲਕੇ ਦਿੜਬਾ, ਸੀਪੀਐਸ ਫਰਜ਼ਾਨਾ ਆਲਮ ਦੇ ਹਲਕੇ ਮਲੇਰਕੋਟਲਾ ਤੋਂ ਮਿਲੀ ਹਾਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਢੀਂਡਸਾ ਦੀ ਹਾਰ ਦਾ ਕਾਰਨ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਪਿੰਡ ਪੱਧਰ ਤੇ ਹੋਈ ਧੜੇਬੰਦੀ ਨੂੰ ਵੀ ਮੰਨਿਆ ਜਾ ਰਿਹਾ ਹੈ। ਸੰਗਰੂਰ ਤੋਂ ਮੌਜੂਦਾ ਸਾਂਸਦ ਵਿਜੇਂਦਰ ਸਿੰਗਲਾ ਵੀ ਆਪਣੀ ਕੁਰਸੀ ਇਸ ਵਾਰ ਬਚਾ ਨਹੀਂ ਪਾਏ। ਬੇਸ਼ੱਕ 5 ਵਿਧਾਨ ਸਭਾ ਹਲਕਿਆਂ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ, ਇਸ ਦੇ ਬਾਵਜੂਦ ਵੀ ਵਿਜੇਂਦਰ ਸਿੰਗਲਾ ਇਹਨਾਂ ਹਲਕਿਆਂ ਵਿੱਚ ਪੂਰੀ ਤਰ੍ਹਾਂ ਹਾਰੇ ਤੇ ਉਹ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ। ਵਿਜੇਂਦਰ ਸਿੰਗਲਾ ਦੀ ਹਾਰ ਦਾ ਕਾਰਨ ਹਲਕੇ ਦੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਸਿੰਗਲਾ ਦੇ ਹੱਕ ਵਿੱਚ ਪ੍ਰਚਾਰ ਨਾ ਕਰਨਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਪਟਨ ਤੇ ਬਾਜਵਾ ਦੀ ਆਪਸੀ ਧੜੇਬੰਦੀ ਵੀ ਸਿੰਗਲਾ ਦੀ ਹਾਰ ਦਾ ਮੁੱਖ ਕਾਰਨ ਹੈ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਪੂਰੀ ਤਰ੍ਹਾਂ ਭਾਰੂ ਪਈ ਹੈ। ਭਗਵੰਤ ਮਾਨ ਦੀ ਰਿਕਾਰਡ ਵੋਟਾਂ ਨਾਲ ਹੋਈ ਜਿੱਤ ਵਿਰੋਧੀ ਧਿਰ ਸਹਿ ਨਹੀਂ ਪਾ ਰਹੇ। ਅਗਲੀ ਵਾਰ ਚੋਣ ਮੈਦਾਨ ਵਿੱਚ ਆਉਣ ਲਈ ਦੋਹਾਂ ਮੁੱਖ ਪਾਰਟੀਆਂ ਨੂੰ ਆਤਮ ਮੰਥਨ ਕਰਕੇ ਲਗਾਤਾਰ 5 ਸਾਲ ਮਿਹਨਤ ਕਰਨੀ ਪਏਗੀ ਤੇ ਜੇਕਰ ਭਗਵੰਤ ਮਾਨ ਦੀ ਜਿੱਤ ਦੀ ਘੋਖ ਕੀਤੀ ਜਾਏ ਤਾਂ ਸੰਗਰੂਰ ਵਿੱਚ ਮੁੱਖ ਪਾਰਟੀਆਂ ਦੇ ਆਪਸੀ ਵਿਰੋਧ ਦਾ ਲਾਹਾ ਭਗਵੰਤ ਮਾਨ ਨੂੰ ਮਿਲਿਆ ਅਤੇ 2 ਲੱਖ ਤੋਂ ਵੀ ਵੱਧ ਵੋਟਾਂ ਹਾਸਲ ਕਰਕੇ ਜਿੱਤ ਦਾ ਸਿਹਰਾ ਭਗਵੰਤ ਮਾਨ ਨੇ ਆਪਣੇ ਸਿਰ ਬੱਝਿਆ। ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਵਿਨੋਦ ਖੰਨਾ 1,70,000 ਵੋਟਾਂ ਦੇ ਨਾਲ ਆਪਣੇ ਵਿਰੋਧੀਆਂ ਤੋਂ ਅੱਗੇ ਰਹੇ। ਆਪ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਇੱਥੇ ਤੀਜੇ ਥਾਂ ਤੇ ਰਹੇ। ਖੰਨਾ ਪਿਛਲੀ ਹਾਰ ਤੋਂ ਬਾਅਦ ਧਮਾਕੇਦਾਰ ਵਾਪਸੀ ਕਰਨ ਦੇ ਵਿੱਚ ਸਫਲ ਰਹੇ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਵਿਨੋਦ ਖੰਨਾ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਤੋਂ 1,36,106 ਵੋਟਾਂ ਦੇ ਫਰਕ ਨਾਲ ਜਿੱਤੇ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਦੀ ਇਸ ਸੀਟ ਉੱਪਰ ਬਹੁਤ ਚਰਚਾ ਸੀ, ਉਹ ਤੀਸਰੇ ਨੰਬਰ ਤੇ ਰਹੇ ਅਤੇ ਉਹਨਾਂ ਨੂੰ 1,73,384 ਵੋਟਾਂ ਹੀ ਮਿਲੀਆਂ। ਵਿਨੋਦ ਖੰਨਾ ਦੀ ਹੋਈ ਜਿੱਤ ਅਤੇ ਕਾਂਗਰਸ ਦੀ ਹੋਈ ਕਰਾਰੀ ਹਾਰ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਕਈ ਪਹਿਲੂ ਸਾਹਮਣੇ ਆਉਂਦੇ ਹਨ। ਇਸ ਸੰਬੰਧੀ ਕੀਤੀ ਗਈ ਕੋਖ ਪੜਤਾਲ ਦੌਰਾਨ 3-4 ਮੁੱਖ ਕਾਰਨ ਉੱਭਰ ਕੇ ਸਾਹਮਣੇ ਆਏ ਹਨ। ਇਹਨਾਂ ਵਿੱਚੋਂ ਵਿਨੋਦ ਖੰਨਾ ਦੀ ਜਿੱਤ ਅਤੇ ਬਾਜਵਾ ਦੀ ਵੱਡੀ ਹਾਰ ਦਾ ਮੁੱਖ ਕਾਰਨ ਇਹ ਰਿਹਾ ਕਿ ਇਸ ਲੋਕ ਸਭਾ ਹਲਕੇ ਅੰਦਰ ਮੌਜੂਦ ਕੈਪਟਨ ਅਮਰਿੰਦਰ ਸਿੰਘ ਪੱਖੀ ਕਾਂਗਰਸੀ ਆਗੂਆਂ ਵੱਲੋਂ ਐਨ ਆਖਰੀ ਮੌਕੇ ਬਾਜਵਾ ਦੀ ਵਿਰੋਧਤਾ ਕੀਤੀ ਗਈ। ਇਸ ਤਰ੍ਹਾਂ ਇਸ ਹਲਕੇ ਦੇ ਕੈਪਟਨ ਪੱਖੀ ਕਾਂਗਰਸੀ ਆਗੂ ਭਾਵੇਂ ਚੋਣ ਮੁਹਿੰਮ ਦੌਰਾਨ ਥਾਂ-ਥਾਂ ਬਾਜਵਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੇ ਰਹੇ, ਪਰ ਵੋਟਾਂ ਪੈਣ ਤੋਂ ਐਨ ਇੱਕ ਦਿਨ ਪਹਿਲਾਂ ਕੈਪਟਨ ਪੱਖੀ ਕਾਂਗਰਸੀ ਆਗੂਆਂ ਵੱਲੋਂ ਵੋਟਾਂ ਬਾਜਵਾ ਦੇ ਵਿਰੋਧ ਵਿੱਚ ਭੁਗਤਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਲੋਕ ਸਭਾ ਹਲਕੇ ਅੰਦਰ ਪੈਂਦੇ ਬਹੁ ਗਿਣਤੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਕਾਂਗਰਸੀ ਆਗੂ ਕੈਪਟਨ ਪੱਖੀ ਹਨ ਅਤੇ ਉਹ ਇਹ ਨਹੀਂ ਸਨ ਚਾਹੁੰਦੇ ਕਿ ਬਾਜਵਾ ਚੋਣ ਜਿੱਤੇ। ਕਈ ਕਾਂਗਰਸੀ ਆਗੂ ਤਾਂ ਆਪਣੇ ਹਲਕੇ ਛੱਡ ਕੇ ਅੰਮ੍ਰਿਤਸਰ ਪਹੁੰਚ ਕੇ ਕੈਪਟਨ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਂਦੇ ਰਹੇ ਹਨ। ਕੈਪਟਨ ਪੱਖੀਆਂ ਦਾ ਵਿਚਾਰ ਹੈ ਕਿ ਬਾਜਵਾ ਦੀ ਹਾਰ ਅਤੇ ਕੈਪਟਨ ਦੀ ਜਿੱਤ ਬਾਅਦ ਕੈਪਟਨ ਦੇ ਦੁਬਾਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਸੰਭਾਵਨਾ ਹੈ। ਦੂਸਰਾ ਵੱਡਾ ਕਾਰਨ ਆਮ ਆਦਮੀ ਪਾਰਟੀ ਦਾ ਰਿਹਾ। ਹਲਕੇ ਅੰਦਰ ਬਾਜਵਾ ਨੂੰ ਪੈਣ ਵਾਲੀਆਂ ਵੋਟਾਂ ਆਪ ਦੇ ਉਮੀਦਵਾਰ ਛੋਟੇਪੁਰ ਬਟੋਰਨ ਵਿੱਚ ਸਫਲ ਰਹੇ, ਜਦੋਂ ਕਿ ਆਪ ਦੇ ਉਮੀਦਵਾਰ ਛੋਟੇਪੁਰ ਵੱਲੋਂ ਅਕਾਲੀ ਭਾਜਪਾ ਗੱਠਜੋੜ ਦੀਆਂ ਵੋਟਾਂ ਵਿੱਚ ਨਾ ਮਾਤਰ ਹੀ ਵੋਟਾਂ ਬਟੋਰੀਆਂ ਗਈਆਂ ਹਨ। ਤੀਸਰਾ ਕਾਰਨ ਬਾਜਵਾ ਦੀ ਹਾਰ ਦਾ ਇਹ ਵੀ ਰਿਹਾ ਕਿ ਬਾਜਵਾ ਆਪਣੇ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਬਹੁਤ ਘੱਟ ਹਲਕੇ ਅੰਦਰ ਆਏ ਹਨ। ਕਾਂਗਰਸੀ ਆਗੂਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਬਾਜਵਾ ਤਾਂ 5 ਸਾਲਾਂ ਦੌਰਾਨ ਵੋਟਰਾਂ ਦਾ ਧੰਨਵਾਦ ਵੀ ਕਰਨ ਤੱਕ ਨਹੀਂ ਆਏ। ਇਸ ਤੋਂ ਇਲਾਵਾ ਬਾਜਵਾ ਆਪਣੇ ਕਾਰਜਕਾਲ ਦੌਰਾਨ ਹਲਕੇ ਅੰਦਰ ਕੋਈ ਵੱਡਾ ਪ੍ਰੋਜੈਕਟ ਲਿਆਉਣ ਵਿੱਚ ਵੀ ਅਸਫਲ ਰਹੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਬਾਜਵਾ ਦੀ ਵੱਡੀ ਹਾਰ ਦੇ ਉਤਕ ਕਾਰਨ ਹੀ ਉੱਭਰ ਕੇ ਸਾਹਮਣੇ ਆਏ ਹਨ। ਸੋ ਇਸੀ ਪੰਜਾਬ ਦੀਆਂ ਕੁਝ ਸੀਟਾਂ ਦਾ ਲੇਖਾ ਜੋਖਾ ਜੋ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਆਪਣੀ ਅਗਲੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ 2014 ਦੇ ਚੋਣ ਨਤੀਜਿਆਂ ਦੇ ਕੁਝ ਹੋਰ ਸਮੀਕਰਨਾਂ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵੇਖਦੇ ਰਹੋ PDC ਨਿਊਜ਼। ਧੰਨਵਾਦ।